ਹਾਲੇਲੂਇਆ ਹਾਲੇਲੂਇਆ। ਸੋ ਸਭ ਨੂੰ ਜੈ ਮਸੀਹ ਦੀ। ਸੋ ਮੈਂ ਪਰਮੇਸ਼ਵਰ ਦਾ ਬਹੁਤ ਧੰਨਵਾਦ ਕਰਦਾ ਹਾਂ ਅੱਜ ਦੇ ਸਮੇਂ ਦੇ ਵਾਸਤੇ, ਅੱਜ ਦੇ ਦਿਨ ਦੇ ਵਾਸਤੇ ਜੋ ਪਰਮੇਸ਼ਵਰ ਨੇ ਮੈਨੂੰ ਦਿੱਤਾ ਹੈ। ਔਰ ਪਰਮੇਸ਼ਵਰ ਨੇ ਆਪਾਂ ਨੂੰ ਪਿਛਲਾ ਸਾਰਾ ਹਫਤਾ ਸੰਭਾਲ ਕੇ ਰੱਖਿਆ ਔਰ ਅੱਜ ਤੱਕ ਅਸੀਂ ਸਹੀ ਸਲਾਮਤ ਹੈ। ਇਸ ਲਈ ਮੈਂ ਪਰਮੇਸ਼ਵਰ ਦਾ ਤੁਹਾਡੇ ਲਈ ਤੇ ਆਪਣੇ ਲਈ ਵੀ ਬਹੁਤ ਧੰਨਵਾਦ ਕਰਦਾ ਹਾਂ। ਸੋ ਜੇ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਆਪਾਂ ਪਰਮੇਸ਼ਵਰ ਦੇ ਵਚਨ ਦੇ ਵੱਲ ਜਾਵਾਂਗੇ ਅਤੇ ਵਚਨ ਤੋਂ ਜਾਣ ਤੋਂ ਪਹਿਲਾਂ ਆਈਏ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ। ਤੁਸੀਂ ਮੇਰੇ ਨਾਲ ਮਿਲ ਕੇ ਪ੍ਰਾਰਥਨਾ ਕਰ ਸਕਦੇ ਹੋ। ਪ੍ਰਭੂ ਯਿਸੂ ਜੀ, ਤੁਹਾਡਾ ਸ਼ੁਕਰੀਆ, ਤੁਹਾਡਾ ਧੰਨਵਾਦ, ਤੁਹਾਡੇ ਨਾਮ ਦੀ ਮਹਿਮਾ, ਸਤੁਤੀ ਅਤੇ ਪ੍ਰਸ਼ੰਸਾ ਕਰਦੇ ਹਾਂ। ਖੁਦਾਵੰਦ ਯਿਸੂ, ਤੁਹਾਡੇ ਵਚਨ ਦੇ ਵਿੱਚ ਲਿਖਿਆ ਕਿ ਯਹੋਵਾ ਆਪਣਾ ਵਚਨ ਘੱਲ ਕੇ ਚੰਗਿਆ ਕਰਦਾ ਹੈ ਅਤੇ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਹੈ। ਅਤੇ ਪ੍ਰਭੂ ਜੀ, ਤੁਹਾਡਾ ਵਚਨ ਕਹਿੰਦਾ ਹੈ ਕਿ ਜਦੋਂ ਤੁਹਾਡਾ ਵਚਨ ਖੁੱਲ੍ਹਦਾ ਹੈ ਅਤੇ ਭੋਲੇ ਭਾਲੇ ਬੰਦਿਆਂ ਨੂੰ ਸਮਝ, ਬੁੱਧੀ ਅਤੇ ਗਿਆਨ ਦਿੰਦਾ ਹੈ। ਪ੍ਰਭੂ ਜੀ, ਤੁਹਾਡਾ ਵਚਨ ਮੇਰੇ ਪੈਰਾਂ ਦੇ ਲਈ ਦੀਪਕ ਹੈ ਅਤੇ ਮੇਰੇ ਸਾਰਿਆਂ ਰਾਹਾਂ ਦੇ ਲਈ ਚਾਨਣ ਹੈ। ਮੇਰੇ ਪਰਮੇਸ਼ਵਰ, ਹੁਣ ਜਦੋਂ ਤੁਹਾਡੇ ਬੱਚੇ ਤੇਰੇ ਵਚਨ ਨੂੰ ਸੁਣਨ ਵਾਸਤੇ ਜਾ ਰਹੇ ਪਰਮੇਸ਼ਵਰ ਜੀ, ਤੇਰੇ ਜੋ ਵਚਨ ਉਹ ਸੁਣ ਪਰਮੇਸ਼ਵਰ, ਉਸ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਸਕਣ ਮੇਰੇ ਪਰਮੇਸ਼ਵਰ। ਔਰ ਖੁਦਾਵੰਦ ਯਿਸੂ, ਹਰ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਕੋਈ 30 ਗੁਣਾ, 60 ਗੁਣਾ ਅਤੇ 100 ਗੁਣਾ ਫਲ ਲਿਆ ਸਕੇ। ਔਰ ਕੋਈ ਵੀ ਵਿਅਕਤੀ ਪਰਮੇਸ਼ਵਰ ਤੇਰਾ ਵਚਨ ਸੁਣ ਕੇ ਫਲ ਤੋਂ ਵਾਂਝਾ ਨਾ ਰਹਿ ਜਾਏ ਮੇਰੇ ਪਰਮੇਸ਼ਵਰ। ਅਤੇ ਪ੍ਰਭੂ ਜੀ, ਮੈਨੂੰ ਵੀ ਬਲ, ਸ਼ਕਤੀ ਔਰ ਸਾਮਰਥ ਦਿਓ ਤਾਂ ਕਿ ਤੇਰੇ ਵਚਨ ਦੇ ਭੇਤਾਂ ਨੂੰ ਪ੍ਰਭੂ ਤੇਰੇ ਲੋਕਾਂ ਦੇ ਵਿੱਚ ਸੁਣਾ ਸਕਾਂ। ਧੰਨਵਾਦ ਕਰਦੇ, ਸਾਡੀ ਬੇਨਤੀ ਨੂੰ ਸੁਣਦੇ ਲਈ ਪ੍ਰਾਰਥਨਾ ਯਿਸੂ ਦੇ ਨਾਂ 'ਚ ਮੰਗਦੇ ਹਾਂ। ਆਮੀਨ ਆਮੀਨ ਆਮੀਨ। ਹਾਲੇਲੂਇਆ ਹਾਲੇਲੂਇਆ। ਸੋ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਤੁਹਾਡੇ ਨਾਲ ਜੋ ਮੈਂ ਸ਼ੇਅਰ ਕਰਨਾ ਚਾਹੁੰਦਾ ਹਾਂ ਉਹ ਹੈ ਆਜ਼ਾਦੀ ਦੇ ਵਿਸ਼ੇ ਦੇ ਉੱਤੇ। ਕਿਉਂਕਿ ਹਜੇ ਥੋੜ੍ਹੇ ਦਿਨ ਹੀ ਹੋਏ ਹੈ ਕਿ ਅਸੀਂ ਆਪਣਾ ਭਾਰਤ ਦੇ ਵਿੱਚ ਜੋ ਆਜ਼ਾਦੀ ਦਿਵਸ ਨੂੰ ਮਨਾਇਆ ਹੈ। ਹਾਲੇਲੂਇਆ। ਤਾਂ ਉਸੇ ਵਿਸ਼ੇ ਦੇ ਉੱਤੇ ਕੁਝ ਗੱਲਾਂ ਨਾਲ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਹਾਂ ਅਤੇ ਪਰਮੇਸ਼ਵਰ ਦਾ ਵਚਨ ਆਜ਼ਾਦੀ ਦੇ ਵਿਸ਼ੇ ਕੀ ਕਹਿੰਦਾ ਹੈ ਅਸੀਂ ਪਵਿੱਤਰ ਬਾਣੀ ਦੇ ਵਿੱਚੋਂ ਸਿੱਖਾਂਗੇ। ਹਾਲੇਲੂਇਆ। ਸੋ ਆਈਏ ਅਸੀਂ ਵਚਨ ਨੂੰ ਸ਼ੁਰੂ ਕਰਾਂਗੇ। ਔਰ ਜਿਹੜਾ ਅੱਜ ਦਾ ਮੇਰਾ ਪ੍ਰਸ਼ਨ ਹੈ, ਪਹਿਲਾ ਪ੍ਰਸ਼ਨ ਹੈ ਆਜ਼ਾਦੀ ਕੀ ਹੈ ਅਤੇ ਦੂਜਾ ਕਿਹੜਾ ਵਿਅਕਤੀ ਹੈ ਜਿਹੜਾ ਆਜ਼ਾਦੀ ਨੂੰ ਚੰਗੇ ਤਰੀਕੇ ਨਾਲ ਸਮਝ ਸਕਦਾ ਹੈ ਅਤੇ ਯਿਸੂ ਮਸੀਹ ਇਸ ਧਰਤੀ 'ਤੇ ਕਿਉਂ ਆਇਆ। ਤੀਜਾ ਪ੍ਰਸ਼ਨ। ਚੌਥਾ, ਕੀ ਤੁਸੀਂ ਆਜ਼ਾਦ ਹੋ। ਚੌਥਾ, ਅਸੀਂ ਕਿਸ ਤਰੀਕੇ ਨਾਲ ਆਜ਼ਾਦੀ ਨੂੰ ਪ੍ਰਾਪਤ ਕਰ ਸਕਦੇ ਹਾਂ। ਹਾਲੇਲੂਇਆ। ਸੋ ਇਹਨਾਂ ਪ੍ਰਸ਼ਨਾਂ ਦਾ ਉੱਤਰ ਦੇ ਕੇ ਆਪਾਂ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖਾਂਗੇ। ਸਭ ਤੋਂ ਪਹਿਲਾਂ ਜਿਹੜਾ ਮੇਰਾ ਪ੍ਰਸ਼ਨ ਸੀ ਆਜ਼ਾਦੀ ਕੀ ਹੈ ਉਸ ਦੇ ਬਾਰੇ ਸਿੱਖਾਂਗੇ। ਆਜ਼ਾਦੀ ਦਾ ਮਤਲਬ ਹੈ ਕਿ ਮੈਂ ਕਿਸੇ ਦੇ ਨਿਯੰਤਰਣ ਦੇ ਵਿੱਚ ਨਹੀਂ ਹਾਂ। ਮੈਂ ਆਪਣੀ ਮਰਜ਼ੀ ਨਾਲ ਜੋ ਚਾਹੇ ਕਰ ਸਕਦਾ ਹਾਂ। ਮੈਨੂੰ ਕਿਸੇ ਦੀ ਰੋਕ ਟੋਕ ਨਹੀਂ ਹੈ। ਮੇਰਾ ਜੀਅ ਕਰਦਾ ਹੈ ਮੈਂ ਬਾਜ਼ਾਰ ਜਾਣਾ ਹੈ, ਮੈਂ ਬਾਜ਼ਾਰ ਜਾ ਸਕਦਾ ਹਾਂ। ਮੇਰਾ ਜੀਅ ਕਰਦਾ ਮੈਂ ਨਹਾਵਾਂ ਤਾਂ ਨਹਾ ਸਕਦਾ ਹਾਂ। ਮੇਰਾ ਜੀਅ ਕਰਦਾ ਹੈ ਮੈਂ ਕੁਝ ਖਾਵਾਂ, ਮੈਂ ਖਾ ਸਕਦਾ ਹਾਂ। ਮੇਰਾ ਜੋ ਜੀਅ ਕਰਦਾ ਹੈ, ਜਿੱਦਾਂ ਮੇਰਾ ਜੀਅ ਕਰਦਾ ਹੈ ਮੈਂ ਉੱਦਾਂ ਰਹਿ ਸਕਦਾ ਹਾਂ, ਉੱਦਾਂ ਹੀ ਕਰ ਸਕਦਾ ਹਾਂ, ਉੱਦਾਂ ਹੀ ਹਰ ਇੱਕ ਚੀਜ਼ ਨਾਲ ਕਰ ਸਕਦਾ ਹਾਂ। ਇਹ ਹੈ ਆਜ਼ਾਦੀ। ਆਜ਼ਾਦੀ ਦਾ ਮਤਲਬ ਇਹ ਹੈ ਆਪਣੀ ਮਰਜ਼ੀ ਕਰਨਾ। ਮੈਂ ਕਿਸੇ ਦੇ ਕੰਟਰੋਲ ਦੇ ਵਿੱਚ ਨਹੀਂ ਹਾਂ। ਹਾਲੇਲੂਇਆ। ਆਜ਼ਾਦੀ ਦਾ ਮਤਲਬ ਇਹ ਹੈ ਸੁਤੰਤਰਤ ਹੋਣਾ। ਮੈਨੂੰ ਕਿਸੇ ਦੀ ਪਰਵਾਹ ਨਹੀਂ, ਬੇਪਰਵਾਹ ਹੋ ਕੇ, ਜਿੱਦਾਂ ਆਪਾਂ ਆਮ ਲੋਕ ਆਪਾਂ ਕਹਿ ਵੀ ਦਿੰਦੇ ਹਾਂ ਆਹ ਤਾਂ ਬੰਦਾ ਆਜ਼ਾਦ ਵਾ, ਠੀਕ ਹੈ, ਆਪਣੇ ਹੀ ਮਨ ਦੀ ਮਰਜ਼ੀ ਕਰਦਾ ਵਾ, ਇਹਨੂੰ ਜਿੰਨਾ ਮਰਜ਼ੀ ਸਮਝਾ ਲਓ ਪਰ ਇਹ ਕਿਸੇ ਦੀ ਸੁਣਦਾ ਨਹੀਂ ਹੈ। ਹਾਲੇਲੂਇਆ। ਇਹਨੂੰ ਕਹਿੰਦੇ ਹਨ ਆਜ਼ਾਦੀ। ਹਾਲੇਲੂਇਆ। ਦੂਜਾ, ਕੌਣ ਜਿਹੜਾ ਹੈ ਆਜ਼ਾਦੀ ਨੂੰ ਚੰਗੇ ਤਰੀਕੇ ਨਾਲ ਸਮਝ ਸਕਦਾ ਹਾਂ। ਅਸੀਂ ਭਾਰਤ ਦੇ ਨਿਵਾਸੀ ਹਾਂ, ਅਸੀਂ ਸਮਝ ਸਕਦੇ ਹਾਂ ਆਜ਼ਾਦੀ ਅਸਲ 'ਚ ਕੀ ਚੀਜ਼ ਹੈ। ਔਰ ਅਸੀਂ ਸਾਰੇ ਜਣੇ ਜਾਣਦੇ ਹਾਂ ਕਿ ਸਾਡੇ ਭਾਰਤ ਦੇਸ਼ ਦੇ ਉੱਤੇ 200 ਸਾਲ ਜਿਹੜਾ ਬ੍ਰਿਟਿਸ਼ ਰਾਜ ਨੇ ਸਾਡੇ 'ਤੇ ਰਾਜ ਕੀਤਾ ਸੀ। 200 ਸਾਲ। ਅਤੇ 15 ਅਗਸਤ 1947 ਨੂੰ ਜਿਹੜਾ ਸਾਡਾ ਭਾਰਤ ਦੇਸ਼ ਸੀ
ਬ੍ਰਿਟਿਸ਼ ਦੇ ਵੱਲੋਂ ਸਾਡਾ ਜਿਹੜਾ ਭਾਰਤ ਦੇਸ਼ ਸੀ ਆਜ਼ਾਦ ਹੋਇਆ ਸੀ 15 ਅਗਸਤ 1947 ਨੂੰ। ਔਰ ਸਾਡੇ ਭਾਰਤ ਦੇਸ਼ ਨੂੰ ਆਜ਼ਾਦ ਹੋਣ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੀ ਕੁਰਬਾਨੀ ਨੂੰ ਦਿੱਤਾ। ਔਰ ਸਾਡੀ ਆਜ਼ਾਦੀ ਦੇ ਵਿੱਚ, ਭਾਰਤ ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਯੋਗਦਾਨ ਰਿਹਾ। ਕਈਆਂ ਨੇ ਆਪਣੇ ਖੂਨ ਨੂੰ ਬਹਾਇਆ, ਕਈਆਂ ਨੇ ਆਪਣੀ ਕਲਮ ਦੇ ਨਾਲ ਕੀਤਾ। ਬਹੁਤ ਸਾਰੇ ਤਰੀਕਿਆਂ ਦੇ ਨਾਲ ਸਾਡੇ ਭਾਰਤ ਦੇਸ਼ ਨੂੰ 15 ਅਗਸਤ 1947 ਨੂੰ ਜਿਹੜੀ ਆਜ਼ਾਦੀ ਮਿਲੀ ਸੀ। ਹਾਲੇਲੂਇਆ। ਸੋ ਅਸੀਂ ਵਧੀਆ ਤਰੀਕੇ ਨਾਲ ਜਾਣ ਸਕਦੇ ਹਾਂ ਆਜ਼ਾਦੀ ਕੀ ਹੈ। ਹੋਰ ਕੌਣ ਆਜ਼ਾਦੀ ਨੂੰ ਸਮਝ ਸਕਦਾ? ਜਿਹੜੇ ਲੋਕ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਨੂੰ ਪਤਾ ਹੈ ਕਿ ਆਜ਼ਾਦੀ ਕੀ ਚੀਜ਼ ਹੁੰਦੀ ਹੈ, ਕਿਉਂਕਿ ਜੇਲ੍ਹ ਦੇ ਵਿੱਚ ਉਹ ਆਪਣੀ ਮਰਜ਼ੀ ਨਾਲ ਕੋਈ ਵੀ ਐਸਾ ਕੰਮ ਨਹੀਂ ਕਰ ਸਕਦੇ ਹੈਗੇ। ਜਦੋਂ ਉਹ ਬਾਹਰ ਹੁੰਦੇ ਜੇਲ੍ਹ ਦੇ ਵਿੱਚੋਂ, ਉਹ ਆਪਣੀ ਮਰਜ਼ੀ ਨਾਲ ਰਹਿ ਸਕਦੇ ਆ, ਆਪਣੀ ਮਰਜ਼ੀ ਨਾਲ ਖਾ ਪੀ ਸਕਦੇ ਹੈ, ਆਪਣੀ ਮਰਜ਼ੀ ਨਾਲ ਉਹ ਸਭ ਕੁਝ ਕਰ ਸਕਦੇ ਹੈ। ਪਰ ਜਦੋਂ ਉਹ ਜੇਲ੍ਹ ਦੇ ਵਿੱਚ ਹੁੰਦੇ ਆ ਤਾਂ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰ ਸਕਦੇ ਹੈਗੇ, ਕਿਉਂਕਿ ਉਹ ਆਜ਼ਾਦ ਨਹੀਂ ਹੈ। ਜਾਂ ਜਿਹੜੇ ਲੋਕ ਪੰਜਾਬ ਦੇ ਵਿੱਚ ਖਾਸ ਕਰਕੇ ਕਈ ਲੋਕ ਜਿਹੜੇ ਹੈ ਮਤਲਬ ਸੀਰੀ ਰਲਦੇ ਆ, ਮਤਲਬ ਕਿਸੇ ਨਾਲ ਜਿਹੜੇ ਕੰਮ ਕਰਦੇ ਹੈ, ਉਹਨਾਂ ਨੂੰ ਪਤਾ ਹੈ ਅਸਲ ਵਿੱਚ ਆਜ਼ਾਦੀ ਕੀ ਚੀਜ਼ ਹੈ। ਕਿਉਂਕਿ ਜਦੋਂ ਕਿਸੇ ਦੇ ਨਾਲ ਕੰਮ ਕਰਨ ਦੇ ਵਿੱਚ ਰਲਦੇ, ਚਾਹੇ ਉਹਦਾ ਮਾਲਕ ਉਹਨੂੰ ਰਾਤ ਨੂੰ ਵੀ ਠਾਵੇ ਅਤੇ ਕਵੇ ਪਾਣੀ ਦਾ ਨੱਕਾ ਮੋੜਨਾ ਹੈ ਤਾਂ ਉਹਨੂੰ ਜਾਣਾ ਹੀ ਪਵੇਗਾ। ਉਹ ਇਹ ਨਹੀਂ ਕਹਿ ਸਕਦਾ ਹੈਗਾ ਕਿ ਮੈਂ ਨਹੀਂ ਜਾਣਾ ਹੈਗਾ, ਕਿਉਂਕਿ ਉਹ ਆਜ਼ਾਦ ਨਹੀਂ ਹੈ। ਪਰ ਉਹ ਅਸਲ ਦੇ ਵਿੱਚ ਸਮਝ ਸਕਦਾ ਕਿ ਆਜ਼ਾਦੀ ਕੀ ਚੀਜ਼ ਹੈ। ਜਾਂ ਕੋਈ ਵਿਅਕਤੀ ਜਿਹੜਾ ਕੋਈ ਵੀ ਨੌਕਰੀ ਕਰਦਾ ਹੈ, ਚਾਹੇ ਉਹ ਸਰਕਾਰੀ ਨੌਕਰੀ ਕਰਦਾ ਹੈ, ਚਾਹੇ ਉਹ ਪ੍ਰਾਈਵੇਟ ਨੌਕਰੀ ਕਰਦਾ ਹੈ, ਉਹ ਸਮਝ ਸਕਦਾ ਹੈ ਆਜ਼ਾਦੀ ਕੀ ਚੀਜ਼ ਹੈ। ਉਹ ਜਦੋਂ ਆਪਣੇ ਕੰਮ ਦੇ ਉੱਤੇ ਹੁੰਦਾ ਵਾ, ਆਪਣੀ ਮਰਜ਼ੀ ਨਾਲ ਕੋਈ ਵੀ ਕੰਮ ਨਹੀਂ ਕਰ ਸਕਦਾ ਹੈਗਾ। ਉਹ ਕੰਪਨੀ ਕਹੇਗੀ, ਜੋ ਉਸ ਕੰਪਨੀ ਦਾ ਮਾਲਕ ਕਹੇਗਾ ਉਹੀ ਉਹ ਕਰ ਸਕਦਾ ਹੈ, ਆਪਣੀ ਮਰਜ਼ੀ ਦੇ ਨਾਲ ਕੁਝ ਵੀ ਨਹੀਂ ਕਰ ਸਕਦਾ ਹੈ। ਪਰ ਜਦੋਂ ਉਹ ਆਪਣੇ ਕੰਮ ਤੋਂ ਵਾਪਸ ਆ ਜਾਂਦਾ ਵਾ, ਉਦੋਂ ਉਸ ਨੂੰ ਅਸਲ ਦੇ ਵਿੱਚ ਮੀਨਿੰਗ ਪਤਾ ਲੱਗਦਾ ਕਿ ਹਾਂ ਆਜ਼ਾਦੀ ਕੀ ਹੈ। ਜਦੋਂ ਉਹ ਆਜ਼ਾਦ ਹੁੰਦਾ ਹੈ, ਆਪਣੀ ਮਰਜ਼ੀ ਦੇ ਨਾਲ ਉਹ ਹਰ ਇੱਕ ਕੰਮ ਕਰਦਾ ਹੈ ਜਿਹੜਾ ਉਸ ਨੂੰ ਚਾਹੀਦਾ। ਕਿਸੇ ਦੇ ਉਹ ਦਬਾਅ ਦੇ ਵਿੱਚ ਨਹੀਂ ਹੁੰਦਾ, ਉਹ ਕਿਸੇ ਦੇ ਕੰਟਰੋਲ ਦੇ ਵਿੱਚ ਨਹੀਂ ਹੁੰਦਾ ਹੈਗਾ। ਹਾਲੇਲੂਇਆ। ਸੋ ਯਿਸੂ ਮਸੀਹ ਕਿਉਂ ਇਸ ਧਰਤੀ ਉੱਤੇ ਆਇਆ? ਆਪਾਂ ਬਾਈਬਲ ਦੇ ਵਿੱਚ ਜਦੋਂ ਪੜ੍ਹਦੇ ਹਾਂ, ਲੂਕਾ ਦੀ ਕਿਤਾਬ ਉਹਦਾ 4 ਅਧਿਆਏ ਤਾਂ ਉਹਦੀ 18 ਆਇਤ ਪੜ੍ਹਦੇ ਤਾਂ ਉਹਦੇ ਵਿੱਚ ਲਿਖਿਆ ਹੈ, ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਉਹਨੇ ਮੈਨੂੰ ਮਸਾ ਕੀਤਾ ਭਾਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ। ਉਸ ਨੇ ਮੈਨੂੰ ਘੱਲਿਆ ਹੈ ਕਿ ਬੰਧੂਆਂ ਨੂੰ ਛੁੱਟਣ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪ੍ਰਚਾਰ ਕਰਾਂ ਅਤੇ ਕੁਚਲੇ ਹੋਇਆਂ ਨੂੰ ਛੁਡਾਵਾਂ ਅਤੇ ਪ੍ਰਭੂ ਦੀ ਮਨਜ਼ੂਰੀ ਦੇ ਵਰ੍ਹੇ ਦਾ ਪ੍ਰਚਾਰ ਕਰਾਂ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਇਸ ਕਰਕੇ ਇਸ ਧਰਤੀ ਉੱਤੇ ਆਇਆ ਕਿ ਉਹ ਕੀ ਕਰੇ? ਜਿਹੜੇ ਬੰਧੂਏ ਆ, ਜਿਹੜੇ ਗੁਲਾਮ ਵਾ, ਚਾਹੇ ਉਹ ਪਾਪ ਦੇ ਵਿੱਚ ਹੋਵੇ, ਚਾਹੇ ਬਿਮਾਰੀਆਂ ਦੇ ਗੁਲਾਮ ਹੋਣ, ਚਾਹੇ ਉਹ ਕਿਸੇ ਵੀ ਚੀਜ਼ ਦੇ ਗੁਲਾਮ ਹੋਣ, ਪ੍ਰਭੂ ਯਿਸੂ ਮਸੀਹ ਕਹਿੰਦਾ ਮੈਂ ਉਹਨਾਂ ਨੂੰ ਛੁਡਾਵਾਂ। ਯਿਸੂ ਮਸੀਹ ਇਸ ਧਰਤੀ ਦੇ ਉੱਤੇ ਛੁਡਾਉਣ ਵਾਸਤੇ ਆਇਆ। ਛੁਡਾਉਣ ਦਾ ਮਤਲਬ ਆਜ਼ਾਦ ਕਰਨ ਵਾਸਤੇ ਆਇਆ ਹੈ। ਹਾਲੇਲੂਇਆ। ਯਿਸੂ ਮਸੀਹ ਕਿਉਂ ਇਸ ਧਰਤੀ 'ਤੇ ਆਇਆ ਹੈ? ਆਜ਼ਾਦ ਕਰਨ ਵਾਸਤੇ। ਚਾਹੇ ਉਹ ਪਾਪਾਂ ਤੋਂ ਹੋਵੇ, ਚਾਹੇ ਉਹ ਸ਼ਰਾਬ ਤੋਂ ਹੋਵੇ, ਚਾਹੇ ਉਹ ਬਿਮਾਰੀ ਤੋਂ ਹੋਵੇ, ਚਾਹੇ ਉਹ ਗਰੀਬੀ ਤੋਂ ਹੋਵੇ, ਚਾਹੇ ਉਹ ਨਸ਼ੇ ਤੋਂ ਹੋਵੇ, ਕਿਸੇ ਵੀ ਪ੍ਰਕਾਰ ਤੋਂ ਯਿਸੂ ਮਸੀਹ ਇਸ ਕਰਕੇ ਆਇਆ ਹੈ ਕਿ ਉਹ ਛੁਡਾਵੇ। ਹਾਲੇਲੂਇਆ। ਯਿਸੂ ਕਾਹਦੇ ਵਾਸਤੇ ਕਰਕੇ ਆਇਆ ਹੈ? ਯਿਸੂ ਇਸ ਕਰਕੇ ਆਇਆ ਵਾ। ਯਿਸੂ ਨੇ ਕਿਹਾ ਪਰਮੇਸ਼ਵਰ ਦਾ ਆਤਮਾ ਮੇਰੇ ਉੱਤੇ ਆ। ਕਾਹਦੇ ਵਾਸਤੇ? ਕਿ ਮੈਂ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ। ਜਿਹੜੇ ਪਾਪ ਦੇ ਵਿੱਚ ਵਾ, ਜਿਹੜੇ ਨਸ਼ੇ ਦੇ ਵਿੱਚ ਵਾ, ਜਿਹੜੇ ਬਿਮਾਰੀਆਂ ਦੇ ਵਿੱਚ ਵਾ, ਜਿਹੜੇ ਗਰੀਬੀ ਦੇ ਵਿੱਚ ਵਾ, ਜਿਹੜੇ ਪਰੇਸ਼ਾਨੀਆਂ ਦੇ ਵਿੱਚ ਵਾ, ਜਿਹੜੇ ਖੁਦਕੁਸ਼ੀ ਕਰਨ ਦੇ ਬਾਰੇ ਸੋਚਦੇ ਆ, ਹੋਰ ਇਹੋ ਜਿਹੀਆਂ ਸਮੱਸਿਆਵਾਂ ਦੇ ਵਿੱਚ ਵਾ, ਯਿਸੂ ਕਹਿੰਦਾ ਮੈਂ ਇਸ ਕਰਕੇ ਆਇਆ ਹਾਂ ਕਿ ਉਹਨਾਂ ਨੂੰ ਛੁਡਾਵਾਂ। ਹਾਲੇਲੂਇਆ। ਅਤੇ ਬਾਈਬਲ ਦੇ ਵਿੱਚ ਲਿਖਿਆ ਵਾ ਕਿ ਜਿਨ੍ਹਾਂ ਨੇ ਯਿਸੂ ਮਸੀਹ 'ਤੇ ਵਿਸ਼ਵਾਸ ਕੀਤਾ, ਪਰਮੇਸ਼ਵਰ ਨੇ ਉਹਨਾਂ ਨੂੰ ਉਹਨਾਂ ਦੇ ਪਾਪਾਂ ਤੋਂ ਛੁਡਾਇਆ। ਜਦੋਂ ਆਪਾਂ
ਰਸੂਲਾਂ ਦੇ ਕਰਤੱਵ ਉਹਦਾ 13 ਅਧਿਆਏ ਉਹਦੀ 38 ਤੇ 39 ਆਇਤ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਹੈ, ਆਈਏ ਅਸੀਂ ਪੜ੍ਹਦੇ ਹਾਂ। ਰਸੂਲਾਂ ਦੇ ਕਰਤੱਵ ਉਹਦਾ 13 ਅਧਿਆਏ ਉਹਦੀ 38 ਤੇ 39 ਆਇਤ ਲਿਖਿਆ ਵਾ, ਅਤੇ ਉਸੇ ਦੇ ਰਾਹੀਂ ਹਰੇਕ ਜਿਹੜਾ ਨੇਚਾ ਕਰਦਾ ਹੈ, ਉਸੇ ਦੇ ਰਾਹੀਂ ਯਿਸੂ ਦੇ ਰਾਹੀਂ ਜਿਹੜਾ ਉਹਦੇ ਤੇ ਨੇਚਾ ਕਰਦਾ ਹੈ, ਉਹਨਾਂ ਸਭਨਾ ਗੱਲਾਂ ਤੋਂ ਬੇਗੁਨਾਹ ਹੈ, ਉਹਨਾਂ ਸਭਨਾ ਗੱਲਾਂ ਤੋਂ ਆਜ਼ਾਦ ਹੈ, ਆਜ਼ਾਦ ਠਹਿਰਾਇਆ ਜਾਂਦਾ ਵਾ, ਜਿਨ੍ਹਾਂ ਤੋਂ ਤੁਸੀਂ ਮੂਸਾ ਦੀ ਸਰਾਹ ਨਾਲ ਬੇਗੁਨਾਹ ਨਾ ਠਹਿਰ ਸਕੇ। ਹਾਲੇਲੂਇਆ। ਮੂਸਾ ਦੀ ਸਰਾਹ ਜਿਹੜੀ ਪੁਰਾਣੇ ਨੇਮ ਦੀ ਜਿਹੜੀ ਵਿਵਸਥਾ ਸੀ, ਜੇਕਰ ਕੋਈ ਉਹਦਾ ਹੁਕਮ ਦੀ ਪਾਲਣਾ ਨਹੀਂ ਕਰਦਾ ਸੀ ਤੇ ਉਹ ਪਾਪ ਦਾ ਗੁਲਾਮ ਸੀ। ਪਰ ਜਦੋਂ ਅਸੀਂ ਯਿਸੂ ਤੇ ਨੇਚਾ ਕਰ ਲੈਂਦੇ ਹਾਂ ਤੇ ਅਸੀਂ ਉਸ ਪਾਪ ਤੋਂ ਆਜ਼ਾਦ ਹੋ ਜਾਂਦੇ ਹਾਂ। ਹਾਲੇਲੂਇਆ। ਅਸੀਂ ਪਾਪ ਤੋਂ ਆਜ਼ਾਦ ਹੋ ਜਾਂਦੇ ਹਾਂ। ਹਾਲੇਲੂਇਆ। ਅਤੇ ਹੋਰ ਲਿਖਿਆ ਹੈ, ਜਦੋਂ ਆਪਾਂ ਰੋਮੀਆਂ ਦੀ ਕਿਤਾਬ ਉਹਦਾ 6 ਅਧਿਆਇ ਤੋਂ ਦੀ 22 ਆਇਤ ਨੂੰ ਪੜ੍ਹਦੇ ਹਾਂ, ਦੇਖਦੇ ਉਹਦੇ ਵਿੱਚ ਕੀ ਲਿਖਿਆ ਹੈ। ਪੜ੍ਹਦੇ ਹੋ ਵੀ ਅਸੀਂ ਰੋਮੀਆਂ ਦੀ ਕਿਤਾਬ ਉਹਦਾ 6 ਅਧਿਆਇ ਤੋਂ ਦੀ 22 ਆਇਤ ਲਿਖਿਆ ਵਾ, ਪਰ ਹੁਣ ਤੁਸੀਂ ਪਾਪ ਤੋਂ ਛੁੱਟ ਕੇ ਅਤੇ ਪਰਮੇਸ਼ਰ ਦੇ ਦਾਸ ਬਣ ਕੇ ਪਵਿੱਤਰਤਾਈ ਲਈ ਆਪਣਾ ਫਲ ਅਤੇ ਉੜਕ ਨੂੰ ਸੰਦੀਪਕ ਜੀਵਨ ਪਾਉਂਦੇ ਹੋ। ਹਾਲੇਲੂਇਆ। ਜਿਨ੍ਹਾਂ ਨੇ ਯਿਸੂ ਤੇ ਵਿਸ਼ਵਾਸ ਕੀਤਾ, ਪਰਮੇਸ਼ਵਰ ਨੇ ਉਹਨਾਂ ਨੂੰ ਉਹਨਾਂ ਦੇ ਪਾਪਾਂ ਤੋਂ, ਉਹਨਾਂ ਦੀਆਂ ਸ਼ਰਾਪਾਂ ਤੋਂ, ਉਹਨਾਂ ਦੀਆਂ ਬਿਮਾਰੀਆਂ ਤੋਂ ਉਹਨਾਂ ਨੂੰ ਆਜ਼ਾਦ ਕੀਤਾ। ਤੇ ਲਿਖਿਆ, ਹੁਣ ਤੁਸੀਂ ਪਾਪ ਤੋਂ ਛੁੱਟ ਗਏ ਜੋ, ਹੁਣ ਤੁਸੀਂ ਪਾਪ ਤੋਂ ਆਜ਼ਾਦ ਹੋ ਗਏ ਹੋ ਤੇ ਪਰਮੇਸ਼ਵਰ ਦੇ ਕੀ ਬਣ ਗਏ ਹੋ? ਦਾਸ ਬਣ ਗਏ ਹੋ। ਜਦੋਂ ਤੁਸੀਂ ਪਰਮੇਸ਼ਵਰ ਦੇ ਦਾਸ ਬਣ ਗਏ ਹੋ ਤਾਂ ਹੁਣ ਤੁਹਾਡੀ ਆਪਣੀ ਮਰਜ਼ੀ ਨਹੀਂ, ਪਰਮੇਸ਼ਵਰ ਦੀ ਮਰਜ਼ੀ ਹੈ। ਹਾਲੇਲੂਇਆ। ਕਿਉਂਕਿ ਜਿਹੜਾ ਦਾਸ ਹੁੰਦਾ ਹੈ ਆਪਣੇ ਮਾਲਕ ਦੀ ਰਜ਼ਾ ਦੇ ਵਿੱਚ ਰਹਿੰਦਾ ਹੈ, ਅਤੇ ਜੋ ਵੀ ਉਹਦਾ ਮਾਲਕ ਉਸ ਨੂੰ ਕਹੇਗਾ, ਜੋ ਵੀ ਉਸਦਾ ਸਵਾਮੀ ਉਸ ਨੂੰ ਕਹੇਗਾ, ਉਸੇ ਤਰੀਕੇ ਨਾਲ ਹੀ ਉਹ ਕਰੇਗਾ। ਹਾਲੇਲੂਇਆ। ਅਸੀਂ ਪਾਪਾਂ ਤੋਂ ਛੁੱਟ ਕੇ, ਸ਼ਰਾਬ ਤੋਂ ਛੁੱਟ ਕੇ, ਸ਼ਰਾਬ ਤੋਂ ਆਜ਼ਾਦ ਹੋ ਕੇ, ਪਾਪ ਤੋਂ ਆਜ਼ਾਦ ਹੋ ਕੇ, ਬਿਮਾਰੀਆਂ ਤੋਂ ਆਜ਼ਾਦ ਹੋ ਕੇ ਅਸੀਂ ਯਿਸੂ ਦੇ ਕੀ ਬਣ ਗਏ ਹਾਂ? ਦਾਸ ਬਣ ਗਏ ਹਾਂ। ਹਾਲੇਲੂਇਆ। ਅਤੇ ਹੁਣ ਅਸੀਂ ਜਿਹੜੀ ਆਪਣੀ ਜ਼ਿੰਦਗੀ ਆ ਪਵਿੱਤਰਤਾਈ ਨਾਲ ਬਤੀਤ ਕਰੀਏ ਤੇ ਜਿਹੜਾ ਉਹਦਾ ਪ੍ਰਤੀਫਲ ਕੀ ਹੋਵੇਗਾ? ਅਨੰਤ ਜੀਵਨ ਹੋਵੇਗਾ। ਹਾਲੇਲੂਇਆ। ਜਦ ਅਸੀਂ ਪਾਪ ਤੋਂ ਆਜ਼ਾਦ ਹੋ ਜਾਵਾਂਗੇ, ਸ਼ਰਾਬ ਤੋਂ ਆਜ਼ਾਦ ਹੋ ਜਾਵਾਂਗੇ, ਬਿਮਾਰੀਆਂ ਤੋਂ ਆਜ਼ਾਦ ਹੋ ਜਾਵਾਂਗੇ ਯਿਸੂ ਤੇ ਵਿਸ਼ਵਾਸ ਕਰਨ ਦੇ ਦੁਆਰਾ, ਫਿਰ ਅਸੀਂ ਜਦੋਂ ਪਵਿੱਤਰਤਾਈ ਨਾਲ ਜ਼ਿੰਦਗੀ ਬਤੀਤ ਕਰਾਂਗੇ ਤੇ ਉਹਦਾ ਅਨੰਤ ਜੀਵਨ ਕੀ ਹੋਗਾ? ਉਹਦਾ ਜਿਹੜਾ ਅਨੰਤ ਪ੍ਰਤੀਫਲ ਕੀ ਹੋਵੇਗਾ? ਅਨੰਤ ਜੀਵਨ ਹੋਵੇਗਾ। ਜਿਹੜਾ ਉਹਦਾ ਅੰਤ ਪ੍ਰਤੀਫਲ ਜਿਹੜਾ ਹੋਵੇਗਾ ਉਹ ਅਨੰਤ ਜੀਵਨ ਹੋਵੇਗਾ। ਹਾਲੇਲੂਇਆ। ਹਾਲੇਲੂਇਆ। ਇੱਕ ਹੋਰ ਆਪਾਂ ਆਇਤ ਪੜ੍ਹਾਂਗੇ, ਪਹਿਲਾ ਪਤਰਸ ਉਹਦੀ 2 ਦੀ 16 ਆਇਤ। ਪਹਿਲਾ ਪਤਰਸ ਉਹਦੀ 2 ਦੀ 16। ਆਈਏ ਅਸੀਂ ਪੜ੍ਹਾਂਗੇ ਪਹਿਲਾ ਪਤਰਸ ਉਹਦੀ 2 ਦੀ 16। ਤਾਂ ਲਿਖਿਆ ਉਹਦੇ ਵਿੱਚ, ਤੁਸੀਂ ਆਜ਼ਾਦ ਹੋ ਕੇ ਆਪਣੀ ਆਜ਼ਾਦੀ ਨੂੰ ਬੁਰਾਈ ਦਾ ਪਰਦਾ ਨਾ ਬਣਾਓ, ਸਗੋਂ ਆਪਣੇ ਆਪ ਨੂੰ ਪਰਮੇਸ਼ਰ ਦੇ ਗੁਲਾਮ ਜਾਣੋ। ਹਾਲੇਲੂਇਆ। ਬਾਈਬਲ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਨੇ ਤੁਹਾਨੂੰ ਤੁਹਾਡੇ ਪਾਪਾਂ ਤੋਂ ਕੀ ਕਰ ਦਿੱਤਾ ਹੈ? ਆਜ਼ਾਦ ਕਰ ਦਿੱਤਾ ਹੈ। ਕਿੱਦਾਂ? ਉਹਦੇ ਤੇ ਨੇਚਾ ਕਰਨ ਦੇ ਦੁਆਰਾ, ਉਹਦੇ ਤੇ ਵਿਸ਼ਵਾਸ ਕਰਨ ਦੇ ਦੁਆਰਾ ਤੁਸੀਂ ਆਪਣੇ ਪਾਪਾਂ ਤੋਂ, ਆਪਣੀਆਂ ਬਿਮਾਰੀਆਂ ਤੋਂ, ਆਪਣੀਆਂ ਸ਼ਰਾਬਾਂ ਤੋਂ ਕੀ ਹੋ ਚੁੱਕੇ ਹੋ? ਆਜ਼ਾਦ ਹੋ ਚੁੱਕੇ ਹੋ। ਤਾਂ ਹੁਣ ਇਹਦਾ ਮਤਲਬ ਹੈ ਕਿ ਤੁਸੀਂ ਆਜ਼ਾਦ ਹੋ, ਤੇ ਜੇ ਤੁਸੀਂ ਆਜ਼ਾਦ ਹੋ ਤੇ ਇਹਦਾ ਮਤਲਬ ਤੁਸੀਂ ਪਾਪ ਨਹੀਂ ਕਰਦੇ ਰਹਿਣਾ। ਹਾਲੇਲੂਇਆ। ਕੀ ਲਿਖਿਆ ਵਾ? ਤੁਸੀਂ ਆਜ਼ਾਦ ਹੋ ਕੇ ਆਪਣੀ ਆਜ਼ਾਦੀ ਨੂੰ ਬੁਰਾਈ ਦਾ ਪਰਦਾ ਨਾ ਬਣਾਓ। ਹੁਣ ਮੈਂ ਸੋਚਦਾ ਕਿ ਮੈਂ ਮਸੀਹ ਹਾਂ, ਮੈਂ ਯਿਸੂ ਤੇ ਵਿਸ਼ਵਾਸ ਕਰਨ ਦੇ ਦੁਆਰਾ ਕੀ ਹੋ ਗਿਆ ਵਾਂ? ਆਜ਼ਾਦ ਹੋ ਗਿਆ ਵਾਂ। ਹੁਣ ਮੇਰੇ ਤੇ ਕੋਈ ਸਜ਼ਾ ਦਾ ਹੁਕਮ ਨਹੀਂ ਹੈਗਾ, ਮੈਂ ਤੇ ਆਜ਼ਾਦ ਹਾਂ, ਆਪਣੀ ਮਰਜ਼ੀ ਨਾਲ ਜੋ ਚਾਹੇ ਮੈਂ ਕਰ ਸਕਦਾ ਹਾਂ। ਨਹੀਂ, ਮੈਂ ਆਜ਼ਾਦੀ, ਜਦੋਂ ਮੈਂ ਆਜ਼ਾਦ ਹੋ ਜਾਣਾ ਹੈ ਆਪਣੇ ਪਾਪਾਂ ਤੋਂ,
ਜਦੋਂ ਮੈਂ ਆਜ਼ਾਦ ਹੋ ਜਾਂਦਾ ਹੈ ਆਪਣੀਆਂ ਬੁਰਾਈਆਂ ਤੋਂ, ਜਦੋਂ ਮੈਂ ਆਜ਼ਾਦ ਹੋ ਜਾਂਦਾ ਹਾਂ ਸ਼ਰਾਬ ਤੋਂ, ਜਦੋਂ ਮੈਂ ਆਜ਼ਾਦ ਹੋ ਜਾਂਦਾ ਹਾਂ ਬਿਮਾਰੀਆਂ ਤੋਂ, ਤਾਂ ਸਮਝੋ ਉਦੋਂ ਮੈਂ ਗੁਲਾਮ ਬਣ ਜਾਂਦਾ ਹੈ ਯਿਸੂ ਦਾ। ਹਾਲੇਲੂਇਆ। ਉਦੋਂ ਮੈਂ ਕਿਹਦਾ ਗੁਲਾਮ ਹਾਂ? ਯਿਸੂ ਦਾ। ਫਿਰ ਉਦੋਂ ਮੈਂ ਆਪਣੀ ਆਜ਼ਾਦੀ ਨਾਲ ਕੰਮ ਨਹੀਂ ਕਰਾਂਗਾ, ਜੋ ਮੇਰਾ ਸਵਾਮੀ ਯਿਸੂ ਮਸੀਹ ਕਹੇਗਾ ਮੈਂ ਉਸੇ ਦੇ ਅਨੁਸਾਰ ਹੀ ਕਰਾਂਗਾ। ਹਾਲੇਲੂਇਆ। ਮੈਂ ਆਪਣੀ ਆਜ਼ਾਦੀ ਦਾ ਗਲਤ ਇਸਤੇਮਾਲ ਨਹੀਂ ਕਰਾਂਗਾ। ਮੈਂ ਆਪਣੀ ਆਜ਼ਾਦੀ ਨੂੰ ਪਾਪ ਦੇ ਲਈ ਇਸਤੇਮਾਲ ਨਹੀਂ ਕਰਾਂਗਾ, ਸਗੋਂ ਮੈਂ ਯਿਸੂ ਦਾ ਦਾਸ ਬਣ ਕੇ, ਸਗੋਂ ਮੈਂ ਯਿਸੂ ਦਾ ਗੁਲਾਮ ਬਣ ਕੇ ਉਸ ਆਜ਼ਾਦੀ ਦੇ ਵਿੱਚ ਰਹਿ ਕੇ ਪਵਿੱਤਰਤਾ ਨਾਲ ਜ਼ਿੰਦਗੀ ਬਤੀਤ ਕਰਕੇ ਅਨੰਤ ਜੀਵਨ ਨੂੰ ਪ੍ਰਾਪਤ ਕਰਾਂਗਾ। ਹਾਲੇਲੂਇਆ, ਹਾਲੇਲੂਇਆ। ਸਗੋਂ ਮੈਂ ਆਜ਼ਾਦ ਹੋ ਕੇ ਪਵਿੱਤਰਤਾ ਨਾਲ ਜ਼ਿੰਦਗੀ ਬਤੀਤ ਕਰਕੇ ਅਨੰਤ ਜੀਵਨ ਨੂੰ ਉਹਦਾ ਕੀ ਕਰਾਂਗਾ? ਪ੍ਰਾਪਤ ਕਰਾਂਗਾ। ਹਾਲੇਲੂਇਆ। ਔਰ ਜਿਹੜਾ ਮੇਰਾ ਚੌਥਾ ਪ੍ਰਸ਼ਨ ਸੀ, ਕੀ ਤੁਸੀਂ ਆਜ਼ਾਦ ਹੋ? ਕੀ ਤੁਸੀਂ ਆਜ਼ਾਦ ਹੋ? ਅੱਜ ਬੇਸ਼ੱਕ ਅਸੀਂ ਪਿਛਲੇ ਦਿਨਾਂ ਦੇ ਵਿੱਚ 15 ਅਗਸਤ ਮਨਾਇਆ ਸੀ, ਅਸੀਂ ਸਰੀਰਕ ਤੌਰ 'ਤੇ ਤਾਂ ਆਜ਼ਾਦ ਹਾਂ। ਆਪਣੇ ਭਾਰਤ ਦੇਸ਼ ਵਿੱਚ ਅਸੀਂ ਆਪਣੀ ਮਰਜ਼ੀ ਨਾਲ ਉਹ ਸਾਰੇ ਕੰਮ ਕਰ ਸਕਦੇ ਹਾਂ, ਪਰ ਕੀ ਅਸੀਂ ਆਤਮਿਕ ਤੌਰ 'ਤੇ ਆਜ਼ਾਦ ਹਾਂ? ਭਗਤ ਸਿੰਘ ਹੋਣਾ ਨੇ ਔਰ ਬਹੁਤ ਸਾਰੇ ਲੀਡਰਾਂ ਨੇ ਜਿਹੜਾ ਸਾਨੂੰ ਬ੍ਰਿਟਿਸ਼ ਦੇਸ਼ ਤੋਂ ਆਜ਼ਾਦੀ ਦਿਵਾਈ, ਠੀਕ ਹੈ, ਪਰ ਯਿਸੂ ਮਸੀਹ ਇਸ ਧਰਤੀ 'ਤੇ ਅੱਜ ਤੋਂ 2000 ਸਾਲ ਪਹਿਲਾਂ ਇਸ ਲਈ ਆਇਆ ਕਿ ਸਾਨੂੰ ਪਾਪਾਂ ਤੋਂ, ਸਾਨੂੰ ਸ਼ਰਾਬਾਂ ਤੋਂ, ਸਾਨੂੰ ਬਿਮਾਰੀਆਂ ਤੋਂ, ਸਾਨੂੰ ਉਹ ਹਰ ਕੰਮਾਂ ਤੋਂ ਆਜ਼ਾਦ ਕਰੇ ਜਿਹੜੇ ਪਰਮੇਸ਼ਰ ਦੇ ਵਿਰੁੱਧ ਹੈ। ਅੱਜ ਲੋਕ ਬਿਮਾਰੀ ਵਿੱਚ ਹੈ, ਅੱਜ ਲੋਕ ਨਸ਼ੇ ਦੇ ਗੁਲਾਮ ਵਾ, ਅੱਜ ਲੋਕ ਬਿਮਾਰੀਆਂ ਦੇ ਗੁਲਾਮ ਵਾ, ਅੱਜ ਲੋਕ ਸ਼ੈਤਾਨ ਦੇ ਆਜ਼ਾਦ ਹੈ, ਸ਼ੈਤਾਨ ਦੇ ਗੁਲਾਮ ਹੈ, ਹੋਰ ਬਹੁਤ ਸਾਰੀਆਂ ਗੱਲਾਂ ਦੇ ਗੁਲਾਮ ਹੈ। ਪਰ ਜੇਕਰ ਤੁਸੀਂ ਯਿਸੂ 'ਤੇ ਵਿਸ਼ਵਾਸ ਕਰੋਗੇ ਤਾਂ ਯਿਸੂ ਤੁਹਾਨੂੰ ਹਰ ਇੱਕ ਬਿਮਾਰੀ ਤੋਂ, ਹਰ ਇੱਕ ਨਸ਼ੇ ਤੋਂ, ਹਰ ਇੱਕ ਪਾਪ ਤੋਂ, ਹਰ ਇੱਕ ਸ਼ਰਾਬ ਤੋਂ, ਹਰ ਇੱਕ ਉਹ ਗੱਲਾਂ ਤੋਂ ਤੁਹਾਨੂੰ ਆਜ਼ਾਦ ਕਰ ਦੇਵੇਗਾ ਜਿਹੜੀਆਂ ਪਰਮੇਸ਼ਰ ਦੇ ਵਿਰੁੱਧ ਹੈ। ਹਾਲੇਲੂਇਆ, ਹਾਲੇਲੂਇਆ। ਔਰ ਜਦੋਂ ਆਪਾਂ ਕਰੰਥੀਓ ਦੀ ਕਿਤਾਬ ਗਲਾਤੀਆਂ ਦੀ ਕਿਤਾਬ ਉਹਦਾ 5 ਅਧਿਆਏ ਤੇ ਉਹਦੀ 1 ਐਤ ਨੂੰ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਹੈ, ਅਸੀਂ ਪੜ੍ਹਾਂਗੇ ਗਲਾਤੀਆਂ ਦੀ ਕਿਤਾਬ ਉਹਦਾ 5 ਅਧਿਆਏ ਤਾਂ ਉਹਦੀ 1 ਐਤ ਨੂੰ ਪੜ੍ਹਾਂਗੇ। ਉਹਦੇ ਵਿੱਚ ਲਿਖਿਆ ਹੈ, ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਹੈ, ਇਸ ਲਈ ਦ੍ਰਿੜ ਰਹੋ ਅਤੇ ਗੁਲਾਮੀ ਦੇ ਝੂਲੇ ਹੇਠ ਮੁੜ ਕੇ ਨਾ ਜਾਪੋ। ਪਰਮੇਸ਼ਵਰ ਨੇ, ਯਿਸੂ ਮਸੀਹ ਨੇ ਸਾਨੂੰ ਆਜ਼ਾਦੀ ਲਈ ਮਸੀਹ ਦੇ ਵਿੱਚ ਕੀ ਕਰ ਦਿੱਤਾ ਹੈ? ਆਜ਼ਾਦ ਕਰ ਦਿੱਤਾ ਹੈ। ਇਸ ਲਈ ਸਾਨੂੰ ਉਸ ਆਜ਼ਾਦੀ ਦੇ ਵਿੱਚ ਦ੍ਰਿੜ ਰਹਿਣਾ ਚਾਹੀਦਾ ਹੈ। ਸ਼ੈਤਾਨ ਸਾਨੂੰ ਫਿਰ ਤੋਂ ਆਪਣਾ ਗੁਲਾਮ ਬਣਾਉਣਾ ਚਾਹੁੰਦਾ ਹੈ। ਸ਼ੈਤਾਨ ਕੀ ਕਰਨਾ ਚਾਹੁੰਦਾ ਹੈ? ਆਪਣਾ ਸਾਨੂੰ ਗੁਲਾਮ ਬਣਾਉਣਾ ਚਾਹੁੰਦਾ ਹੈ। ਉਹ ਸਾਨੂੰ ਆਪਣੀ ਗੁਲਾਮੀ ਦੇ ਵਿੱਚ ਰੱਖਣਾ ਚਾਹੁੰਦਾ ਹੈ। ਉਹ ਸਾਨੂੰ ਨਿਯੰਤਰਣ ਕਰਨਾ ਚਾਹੁੰਦਾ ਹੈ। ਮੈਂ ਪਿਛਲੀ ਵਾਰ ਇੱਕ ਪ੍ਰਚਾਰ ਕੀਤਾ ਸੀ, ਸ਼ੈਤਾਨ ਸਾਨੂੰ ਕਿੱਦਾਂ ਨਿਯੰਤਰਣ ਕਰਦਾ ਹੈ, ਕਿੱਦਾਂ ਆਪਣਾ ਗੁਲਾਮ ਬਣਾਉਂਦਾ ਹੈ। ਮੋਬਾਈਲ ਦੇ ਦੁਆਰਾ, ਮੀਡੀਆ ਦੇ ਦੁਆਰਾ, ਸੰਸਾਰਿਕ ਗੱਲਾਂ ਦੇ ਦੁਆਰਾ, ਵਿਚਾਰ ਦੇ ਦੁਆਰਾ, ਉਹ ਬਹੁਤ ਸਾਰੀਆਂ ਸੰਸਾਰਿਕ ਗੱਲਾਂ ਦੇ ਦੁਆਰਾ ਸਾਨੂੰ ਉਹ ਕਰਦਾ ਵਾ, ਨਿਯੰਤਰਣ ਕਰਦਾ ਵਾ, ਆਪਣਾ ਗੁਲਾਮ ਬਣਾਉਂਦਾ ਵਾ। ਪਰ ਯਿਸੂ ਕਹਿੰਦਾ ਹੈ, ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਹੈ, ਇਸ ਲਈ ਆਜ਼ਾਦੀ ਦੇ ਵਿੱਚ ਕੀ ਰਹੋ? ਭਲਾ ਦ੍ਰਿੜ ਰਹੋ ਅਤੇ ਗੁਲਾਮੀ ਦੇ ਝੂਲੇ ਹੇਠਾਂ ਫਿਰ ਵਾਪਸ ਨਾ ਚਲੇ ਜਾਓ। ਤਾਂ ਤੁਸੀਂ ਵਾਪਸ ਕਿੱਦਾਂ ਜਾ ਸਕਦੇ ਹੋ ਉਸ ਗੁਲਾਮੀ ਦੇ ਵਿੱਚ? ਜਦੋਂ ਅਸੀਂ ਪਾਪ ਕਰਾਂਗੇ, ਕਿਉਂਕਿ ਪਾਪ ਜਿਹੜਾ ਹੈ ਸਾਨੂੰ ਗੁਲਾਮ ਬਣਾਉਂਦਾ ਹੈ। ਪਾਪ ਜਿਹੜਾ ਸਾਨੂੰ ਕੀ ਕਰਦਾ ਹੈ? ਗੁਲਾਮ ਬਣਾਉਂਦਾ ਹੈ। ਇਸ ਲਈ ਆਜ਼ਾਦੀ ਦੇ ਵਿੱਚ ਦ੍ਰਿੜ ਰਹੋ। ਔਰ ਮੇਰੇ ਪ੍ਰਿਯੋ, ਯਿਸੂ ਮਸੀਹ ਇਸ ਕਰਕੇ ਆਇਆ ਹੈ ਕਿ ਸਾਨੂੰ ਆਜ਼ਾਦ ਕਰ ਸਕੇ। ਅਸੀਂ ਬੇਸ਼ੱਕ
15 ਅਗਸਤ ਨੂੰ ਆਜ਼ਾਦੀ ਮਨਾਉਂਦੇ ਹਾਂ, ਪਰ ਫਿਰ ਵੀ ਅਸੀਂ ਪਾਪ ਦੇ ਗੁਲਾਮ ਹਾਂ, ਪਾਪ ਦੇ ਗੁਲਾਮ ਹਾਂ। ਪਰ ਯਿਸੂ ਮਸੀਹ, ਖੁਸ਼ਖਬਰੀ ਇਹ ਹੈ ਕਿ ਪ੍ਰਭੂ ਯਿਸੂ ਮਸੀਹ ਅੱਜ ਤੋਂ 2000 ਸਾਲ ਪਹਿਲਾਂ ਦੁਨੀਆ ਵਿੱਚ ਆਇਆ, ਅਤੇ ਸਾਨੂੰ ਕਾਹਦੇ ਵਾਸਤੇ ਆਇਆ? ਸਾਨੂੰ ਪਾਪਾਂ ਤੋਂ ਆਜ਼ਾਦੀ ਦੇਣ ਦੇ ਵਾਸਤੇ, ਸਾਡੀਆਂ ਬਿਮਾਰੀਆਂ ਤੋਂ ਸਾਨੂੰ ਆਜ਼ਾਦ ਕਰਨ ਵਾਸਤੇ, ਸਾਡੇ ਸ਼ਰਾਬ ਤੋਂ ਸਾਨੂੰ ਆਜ਼ਾਦ ਕਰਨ ਵਾਸਤੇ, ਸ਼ੈਤਾਨ ਦੇ ਜਕੜਿਆਂ ਹੋਇਆਂ ਨੂੰ ਆਜ਼ਾਦ ਕਰਨ ਵਾਸਤੇ, ਅੰਨ੍ਹਿਆਂ ਨੂੰ ਅੱਖੀਆਂ ਦੇਣ ਵਾਸਤੇ ਆਇਆ ਹੈ, ਲੰਗੜਿਆਂ ਨੂੰ ਛੱਲਣ ਵਾਸਤੇ ਆਇਆ ਹੈ। ਹਾਲੇਲੂਇਆ। ਯਿਸੂ ਮਸੀਹ ਹਰ ਇੱਕ ਪਾਪਾਂ ਤੋਂ, ਹਰ ਇੱਕ ਸ਼ਰਾਬਾਂ ਤੋਂ, ਹਰ ਇੱਕ ਬਿਮਾਰੀਆਂ ਤੋਂ, ਹਰ ਇੱਕ ਨਸ਼ੇ ਤੋਂ, ਹਰ ਇੱਕ ਗਰੀਬੀ ਤੋਂ, ਹਰ ਇੱਕ ਪਰੇਸ਼ਾਨੀ ਤੋਂ, ਹਰ ਇੱਕ ਡਿਪਰੈਸ਼ਨ ਤੋਂ ਯਿਸੂ ਮਸੀਹ ਸਾਨੂੰ ਆਜ਼ਾਦ ਕਰਨ ਵਾਸਤੇ ਆਇਆ ਹੈ। ਹਾਲੇਲੂਇਆ। ਜੇਕਰ ਪ੍ਰਿਯੋ ਤੁਸੀਂ ਆਜ਼ਾਦ ਹੋਣਾ ਚਾਹੁੰਦੇ ਹੋ ਆਪਣੀਆਂ ਪਾਪਾਂ ਤੋਂ, ਆਪਣੀਆਂ ਸ਼ਰਾਬਾਂ ਤੋਂ, ਆਪਣੀਆਂ ਬਿਮਾਰੀਆਂ ਤੋਂ, ਸ਼ੈਤਾਨ ਤੋਂ, ਨਸ਼ੇ ਤੋਂ, ਹਰ ਇੱਕ ਪਰੇਸ਼ਾਨੀ ਤੋਂ ਆਜ਼ਾਦ ਹੋਣਾ ਚਾਹੁੰਦੇ ਹੋ, ਪ੍ਰਿਯੋ ਯਿਸੂ 'ਤੇ ਵਿਸ਼ਵਾਸ ਕਰੋ, ਤੁਸੀਂ ਆਜ਼ਾਦੀ ਦਾ ਆਨੰਦ ਮਾਣੋਗੇ। ਸਿਰਫ ਆਜ਼ਾਦੀ ਦਾ ਆਨੰਦ ਨਹੀਂ ਮਾਣੋਗੇ, ਪਰ ਯਿਸੂ 'ਤੇ ਵਿਸ਼ਵਾਸ ਕਰਨ ਦੇ ਦੁਆਰਾ ਤੁਸੀਂ ਅਨੰਤ ਜੀਵਨ ਦਾ ਵੀ ਆਨੰਦ ਮਾਣੋਗੇ। ਹਾਲੇਲੂਇਆ। ਜੇਕਰ ਤੁਸੀਂ ਅੱਜ ਆਜ਼ਾਦ ਨਹੀਂ ਹੋ, ਯਿਸੂ 'ਤੇ ਵਿਸ਼ਵਾਸ ਕਰਨ ਦੇ ਦੁਆਰਾ ਤੁਸੀਂ ਆਜ਼ਾਦ ਹੋ ਜਾਓਗੇ। ਹਾਲੇਲੂਇਆ। ਪ੍ਰਭੂ ਤੁਹਾਨੂੰ ਇਸ ਵਚਨ ਦੇ ਦੁਆਰਾ ਬਹੁਤ ਬਰਕਤ ਦੇਵੇ। ਸਭ ਨੂੰ ਜੈ ਮਸੀਹ ਦੀ, ਜੈ ਮਸੀਹ ਦੀ।